ਇਹਦੇ ਅਖੀਰਲੇ ਬਚਨ ਨੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਹੀ। ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ, ਉਹਨਾਂ ਦੀ ਕਮਾਈ ਦਾ ਧਿਆਨ ਧਰਨਾ। ਉਹਨਾਂ ਨੇ ਜੋ ਕਮਾਇਆ, ਜੋ ਗੁਰਮੁਖੋ ਸਿੱਖੀ ਵਿੱਚੋਂ ਕਮਾਇਆ, ਜੋ ਕੇਸਾਂ ਵਿੱਚੋਂ ਕਮਾਇਆ ਤੇ ਜੋ ਆਪਣੀ ਜ਼ਿੰਦਗੀ ਦੇ ਸੁਆਸਾਂ ਵਿੱਚੋਂ ਕਮਾਇਆ। ਬਹੁਤ ਕੀਮਤੀ ਬਚਨ ਨੇ, ਕਮਾਈ ਦਾ ਧਿਆਨ ਧਰ ਕੇ। ਹੁਣ ਕਮਾਈ ਦਾ ਕੀ ਅਰਥ ਹੈ ਜੀ? ਗੁਰੂ ਵੱਲੋਂ ਬਖਸ਼ੀਆਂ, ਇਹ ਕਹਿ ਲਓ ਪਰਮਾਤਮਾ ਵੱਲੋਂ ਬਖਸ਼ੀਆਂ ਤਿੰਨ ਦਾਤਾਂ ਨੇ ਸਿੱਖ ਦੇ ਕੋਲ। ਇੱਕ ਗੁਰਮੁਖੋ ਗੁਰੂ ਨਾਨਕ ਦੀ ਬਖਸ਼ੀ ਸਿੱਖੀ ਹੈ, ਇੱਕ ਕੇਸ ਨੇ ਤੇ ਤੀਜੀ ਦਾਤ ਸਵਾਸ ਨੇ। ਸਿੱਖ ਸਿੱਖੀ ਦੀ ਵੀ ਕਮਾਈ ਕਰਦਾ ਹੈ, ਉਹਨੇ ਕੇਸਾਂ ਦੇ ਨਾਲ ਵੀ ਕਮਾਈ ਕੀਤੀ ਹੈ ਤੇ ਗੁਰੂ ਕੇ ਸਿੱਖ ਨੇ ਸਵਾਸਾਂ ਨਾਲ ਵੀ ਕਮਾਈ ਕੀਤੀ ਹੈ। ਤਿੰਨਾਂ ਦੀ ਕਮਾਈ ਦਾ, ਕਿੰਨਾਂ ਦੀ ਕਮਾਈ ਦਾ ਜੀ? ਜਿਨ੍ਹਾਂ ਨੇ ਸਿੱਖੀ ਕੇਸਾਂ ਸੁਆਸਾਂ ਤਿੰਨਾਂ ਵਿੱਚੋਂ ਕਮਾਈ ਕੀਤੀ ਤੇ ਜਿਹੜੀ ਉਹ ਕਮਾਈ ਕੀਤੀ ਉਹਦਾ ਧਿਆਨ ਧਾਰਨਾ ਹੈ। ਆਓ ਗੁਰਮੁਖੋ ਆਪਾਂ ਇਹਦੀ ਵਿਚਾਰ ਕਰਨੀ ਹੈ। ਆਪ ਜਿਤਨੇ ਬੈਠੇ ਹੋ ਆਰੰਭਤਾ ਤੋਂ ਪਹਿਲਾਂ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਤਿੰਨ ਸ਼ਬਦ ਨੇ ਜੀ। ਪਹਿਲਾ ਸ਼ਬਦ ਹੈ ਸਿੱਖੀ। ਜਦੋਂ ਜਸਵੰਤ ਸਿੰਘ ਨੇਕੀ ਇਹਨਾਂ ਬਚਨਾਂ ਦੀ ਵਿਆਖਿਆ ਕਰਦੇ ਨੇ ਨਾ, ਤੇ ਉਹਨਾਂ ਬਚਨ ਕੀਤੇ, ਕਹਿਣ ਲੱਗੇ ਸਿੱਖੀ ਦੇ 5 ਥੰਮ ਨੇ। ਪਹਿਲਾਂ ਉਹਨਾਂ 4 ਥੰਮਾਂ ਦੀ ਗੱਲ ਕੀਤੀ, ਕਹਿਣ ਲੱਗੇ ਇਹ 5ਵਾਂ ਥੰਮ ਕੇਸ ਨੇ, ਜਿਸ ਨਾਲ ਸਿੱਖ ਦਾ ਸਿਦਕ ਜੁੜਿਆ ਹੋਇਆ ਹੈ। ਉਹਨਾਂ ਪੁੱਛਿਆ ਪਹਿਲੇ ਸਿੱਖੀ ਦੇ 4 ਥੰਮ ਕਿਹੜੇ? ਤੇ ਉਹਨਾਂ ਪਹਿਲਾ ਬਚਨ ਕਿਹਾ ਵਾਹਿਗੁਰੂ, ਦੂਜਾ ਬਚਨ ਕਿਹਾ ਸਤਿਗੁਰੂ, ਤੀਜਾ ਕਿਹਾ ਸ਼ਬਦ ਗੁਰੂ ਤੇ ਚੌਥਾ ਕਿਹਾ ਪੰਥ ਖਾਲਸਾ। ਇਹ 4 ਸਿੱਖੀ ਦੇ ਥੰਮ ਨੇ। ਇਹਨਾਂ ਦੇ ਉੱਪਰ ਬਾਬੇ ਨਾਨਕ ਦੀ ਸਿੱਖੀ ਖੜੋਤੀ ਹੈ। ਉਹ ਪਰਮਾਤਮਾ ਦੀ ਕਿਰਪਾ ਵਿੱਚੋਂ ਪ੍ਰਗਟ ਹੋਈ ਹੈ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਗੁਰੂ ਸ਼ਬਦ ਦੇ ਰਾਹੀਂ ਗੁਰਮੁਖੋ ਚਾਨਣ ਹੁੰਦਾ ਹੈ ਤੇ ਪੰਥ ਖਾਲਸਾ ਉਸ ਸਿੱਖੀ ਨੂੰ ਕਮਾਉਂਦਾ ਹੈ। ਇਹ 4 ਥੰਮ ਨੇ ਤੇ 4 ਥੰਮਾਂ ਦੀ ਗੱਲ ਕਰਕੇ ਅਖੀਰ ਤੇ ਉਹ ਲਿਖਦੇ ਨੇ, ਕਹਿਣ ਲੱਗੇ ਜਿਹੜਾ ਪਰਮਾਤਮਾ ਦੀ ਕਿਰਪਾ, ਗੁਰੂ ਦੀ ਬਖਸ਼ਿਸ਼ ਤੇ ਸ਼ਬਦ ਗੁਰੂ ਦੀ ਰਹਿਮਤ ਦੇ ਨਾਲ ਪੰਥ ਖਾਲਸੇ ਨੂੰ ਸਿਦਕ ਮਿਲਿਆ, ਉਸ ਸਿਦਕ ਦਾ ਪ੍ਰਤੀਕ ਗੁਰੂ ਕੇ ਕੇਸ ਬਣ ਗਏ। ਸਿੱਖੀ ਸਿਦਕ ਦਾ ਪ੍ਰਤੀਕ ਨੇ ਗੁਰਮੁਖੋ, ਜਿਹੜੇ ਸਿੱਖ ਦੇ ਸਿਰ ਤੇ ਕੇਸ ਨੇ। ਹੁਣ ਦੇਖੋ, ਜਦੋਂ ਅਸੀਂ ਸ਼ਬਦ ਵਰਤਦੇ ਹਾਂ, ਚਲੋ ਪਹਿਲਾਂ ਆਪਾਂ ਸਿੱਖੀ ਸ਼ਬਦ ਕਰਦੇ ਹਾਂ, ਪਹਿਲਾਂ ਵਿਆਖਿਆ। ਹੁਣ ਸਿੱਖ ਕੌਣ ਹੈ ਜੀ? ਹੁਣ ਗੁਰਮੁਖੋ ਜਦੋਂ ਸਿੱਖ ਦੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚ ਗੁਰੂ ਨੇ ਬਖਸ਼ਿਸ਼ ਕੀਤੀ। ਸਿੱਖੀ ਕੀ ਹੈ? ਪਹਿਲਾ ਸ਼ਬਦ ਸਿੱਖੀ, ਦੂਜਾ ਕੇਸ ਤੇ ਤੀਜਾ ਹੈ ਸਵਾਸ। ਸਿੱਖੀ ਕੀ ਹੈ? ਤੇ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਨੇ ਬਚਨ ਕੀਤੇ, ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਪਾਣੀ ਵਿੱਚ ਆਵੇ। ਆਹ ਹੈ ਗੁਰੂ ਨਾਨਕ ਦੀ ਸਿੱਖੀ ਦਾ ਪਹਿਲਾ ਨਿਯਮ, ਕਿ ਜੋ ਗੁਰ ਕੇ ਪਾਣੀ ਵਿੱਚ ਆਵੇ ਉਹੀ ਸਿੱਖ ਹੈ, ਉਹੀ ਸਖਾ ਹੈ, ਉਹੀ ਬੰਦਪ ਹੈ। ਕੌਣ ਜੀ? ਜੇ ਗੁਰ ਕੇ ਭਾਣੇ ਵਿੱਚ ਆਵੇ, ਇਹਦਾ ਅਰਥ ਸਿੱਖੀ ਲਈ ਸਭ ਤੋਂ ਪਹਿਲਾਂ ਗੁਰੂ ਕਾ ਭਾਣਾ ਹੈ। ਜੇ ਤੇਰੇ ਕੋਲੇ ਭਾਣਾ ਨਹੀਂ ਤੇ ਪਾਤਸ਼ਾਹ ਕਹਿੰਦੇ ਤੂੰ ਬਾਬੇ ਨਾਨਕ ਦਾ ਸਿੱਖ ਨਹੀਂ। ਸਿੱਖ ਲਈ ਸਭ ਤੋਂ ਪਹਿਲਾਂ ਨਿਯਮ ਹੀ ਇਹ ਹੈ ਕਿ ਅੰਮ੍ਰਿਤ ਵੇਲਾ ਸੱਚ ਨੋ, ਵਡਿਆਈ ਵਿਚਾਰ। ਤੇ ਅਗਲਾ ਬਚਨ ਕਿਹਾ, ਸਤਿਗੁਰੂ ਪਾਤਸ਼ਾਹ ਕਹਿੰਦੇ ਹੁਕਮ ਰਜ਼ਾਈ ਚੱਲਣਾ, ਉਹਦੇ ਹੁਕਮ ਉਹਦੀ ਰਜ਼ਾ ਚੱਲਣਾ। ਇਹੀ ਗੁਰਮੁਖੋ ਸਿੱਖੀ ਦਾ ਪਹਿਲਾ ਨਿਯਮ ਹੈ। ਇਸ ਹੁਕਮ ਰਜ਼ਾਈ ਲਈ ਸ਼ਬਦ ਵਰਤੇ, ਗੁਰ ਕੇ ਭਾਣੇ ਵਿੱਚ ਆਵੇ। ਤੇ ਜੇ ਤੂੰ ਬਾਹਰੀ ਤੌਰ ਤੇ ਸਰੂਪ ਧਾਰਨ ਕੀਤਾ, ਪਰ ਚੇਤਾ ਰੱਖੀ ਆਪਣੇ ਭਾਣੇ ਜੋ ਚੱਲੇ ਭਾਈ।
तू अपनियां मन मर्जियां करदा है। गुरु की सिक्खी तेरे कोले तां है जे गुरु परमात्मा वल्लों बख्शिया भाणा तेरे कोल है। जे भाणा तेरे कोल नहीं, अपनियां मन मर्जियां करदा है, ते पातशाह कहंदे अपने भाणै जो चलै भाई, विछड़ चोटां खावै। तू गुरु नालों विछड़ के केवल चोटां खाएगा जिंदगी दे विच। इस करके गुरमुखो पातशाह ने कहा सिक्खी का अर्थ है गुरु का हुक्म, गुरु का शब्द, गुरु की बाणी है, ते तेरे कोले बाबे नानक दी सिक्खी है। दूजा शब्द है गुरमुखो केस। हुण जदों केसां दी गल चलदी है तो कई बार असीं कहने जी फलाने बंदे ने केस रखे हुए हैं। असीं शब्द वरतदे हां जी केस रखे हुए हैं, पर जिहड़े साडे विद्वान पुरुष ने उन्हां कहा कहन लगे सिख ये गल सदा चेते रखिए केस रखे नहीं जाते। केस गुरमुखो रखे थोड़ा जाते हैं। केस तां भावें कोई हिंदू दे घरे जम्मिया, कोई मुसलमान दे घरे जम्मिया, कोई जैनी, कोई बोधी, कोई आस्तिक, कोई नास्तिक, परमात्मा ने हर एक इंसान नूं एक केसां दी दात बख्शिश कीती है। गल कल्ले केसां दी नहीं। सिख दे लई जिहड़े केस ने वो गुरमुखो सिख दा सिदक ने। सिख जिहड़े केस ने ना, केस सिख दे सिदक दा प्रतीक ने भी ये सिदकवान सिख है। इस करके जदों गुरु पातशाह ने सिख नूं ताहीद कीती केसां दी, ते सतगुरां ने यह कदे नहीं कहा केस रखने ने, पातशाह ने कहा कटाउणे नहीं। बड़े कीमती बचन ने। आपां कहने जी केस रखे नहीं, केस तां तू अपने तू कटाई ना, रखण दी लोड़ नहीं पैनी। जे तू कटाउणा बंद कर देवें केस अपने आप ही रखे जाने ने। अच्छा एक बचन होर समझो जी, वैसे ये मेरा मन सी भी जरूर गल करनी चाहिए। कई बार साडे प्रचारक वीर भी कह लो, भावना विच बह के कह लो, किसी तरह नाल भी आपां कह लईए, कई बार असीं उपर दियां गल्लां करदे हां, हल्कियां जिहियां गल्लां कर जाने। हल्कियां दा अर्थ हुंदा है जिहड़ियां उपर तो सानूं बड़ियां चंगियां लगदियां ने, पर उहदे पिछे गुरु दे सिद्धांत दी कोई गुरमुखों नीव नहीं हुंदी, सिद्धांत नहीं पिछे हुंदा। जिवें आम तौर उत्ते साडे राजनीतिक आगूआं दे वल्लों भी कई बार ते धार्मिक आगूआं वल्लों भी ये कहा जाता है, जेकर जी किसी बंदे दे शरीर दे केस ना कटाइए तो अखीर नूं उहने सिख ही बन जाना है। इदां इदां आपां कह दिंदे कई बार भी जे किस भावें हिंदू दे घरे जम्मिया, कोई मुसलमान दे घरे जम्मिया, जे उहदे आपां शरीर दे उस तरह शरीर नूं संभाल के रखीए, उहदे केसां नूं ना कटाया जाए तो उहने अखीर नूं सिख बन जाना। हुण उहदा अर्थ की हुंदा भी उहदा स्वरूप सिख वर्गा बन जाना? गुरमुखो बिल्कुल नहीं। चेता करो सिक्खी है ना जिहड़ी बाबे नानक दी, ये केवल उपर दी दात नहीं, ये गुरमुखो कमाउणी पैंदी है। सिक्खी कमाउणी पैंदी है जी। जिहड़ा शरीर है ये शरीर परमात्मा वालों मिलिया है, ये तो सारिਆਂ ਨੂੰ ਇੱਕੋ ਜਿਹਾ मिलिया, पर सिक्खी केवल परमात्मा की मिली दात ही नहीं, परमात्मा की मिली दात के नाल नाल ये गुरु के शब्द की कमाई विचों पैदा हुंदी है। जे गुरु का शब्द नहीं तो सिक्खी नहीं हो सकती। ये बड़ा नुकता ध्यान नाल समझने वाला है, क्योंकि असीं समझते हैं जी देखो जे किसी के केस ना कटाए जाण वो वड्डा होवेगा, उहदे केस इक्को जिहे हो जाणगे, चेता रखो जोगी बन जाएगा। वो जोगी भी कह सकते हैं ना इदां भी देखो जी जोगी बन गया। नहीं नहीं नहीं, जिहड़ी सिक्खी है ना, सिक्खी का अर्थ गुरु के शब्द के नाल संबंधित है। जब तक गुरु का शब्द नहीं है, गुरमुखो कोई उपरला शरीर धारण कर लवे, कितने मर्जी केस वड्डे कर लवे, पातशाह कहंदे गुरु के शब्द तो बिना सिक्खी नहीं है। केस साडे सिदक दा प्रतीक ने, भावें बख्शे सारिਆਂ ਨੂੰ ने, परमात्मा ने समझो जे आम बंदे लई केस ते गुरु के सिख लई जिहड़े केस ने उन्हां दी गुरमुखो महानता वक्खो वखरी है। आम बंदे लई केस केवल आम चीज़ ने, जिवें उहदे शरीर दे अंग ने उवें उवें उहदा ये कह लो भी उहदे केस ने, पर सिख दे लई केस
ਉਹਦੇ ਸਿਦਕ ਦਾ, ਉਹਦੇ ਗੁਰੂ ਦੇ ਉੱਪਰ ਭਰੋਸੇ ਦਾ ਪ੍ਰਤੀਕ ਨੇ। ਜਿਵੇਂ ਆਪਾਂ ਸੌਖਾ ਜਿਹਾ ਕਹਿ ਲਓ, ਪੁਰਾਣਾ ਸਮਾਂ ਸੀ, ਆਪਾਂ ਭਾਈ ਤਾਰੂ ਸਿੰਘ ਦੀ ਗੱਲ ਕਰਦੇ ਹਾਂ, ਸ਼ਾਹ ਬਾੜ ਸਿੰਘ, ਸੁਭੀਗ ਸਿੰਘ ਦੀ ਗੱਲ ਕਰਦੇ ਹਾਂ। ਜਦੋਂ ਵੀ ਬੰਦਾ ਸਿੰਘ ਬਹਾਦਰ ਦੇ ਆਪਾਂ ਕਹਿ ਲਓ ਸ਼ਹਾਦਤ ਤੋਂ ਬਾਅਦ ਗੁਰਮੁਖੋ ਸਿੱਖਾਂ ਦੇ ਉੱਪਰ ਜ਼ੁਲਮ ਚੱਲਿਆ, ਜ਼ੁਲਮ ਹੋਇਆ ਨਾ। ਅਬਦੁਲ ਸਮੁੰਦ ਖਾਨ ਬੈਠਾ, ਯਹੀਆ ਖਾਨ ਬੈਠਾ, ਮੀਰ ਮੰਨੂ ਆਇਆ, ਜ਼ਕਰੀਆ ਖਾਨ ਆਇਆ, ਇਹ ਜਿੰਨੇ ਸਾਰਿਆਂ ਨੇ ਜ਼ੁਲਮ ਕੀਤਾ ਸਿੱਖਾਂ ਦੇ ਉੱਪਰ, ਉਹਨਾਂ ਕਿਤੇ ਵੀ ਇਹ ਹੁਕਮ ਨਹੀਂ ਤੁਸੀਂ ਮੰਨਿਆ ਵੀ ਸਿੱਖਾਂ ਦੀਆਂ ਕਿਰਪਾਨਾਂ ਲਾ ਲਓ, ਉਹਨਾਂ ਦੇ ਕੜੇ ਉਤਾਰ ਲਓ। ਜਦੋਂ ਕਿ ਜਿਹੜੇ ਪੰਜ ਕਕਾਰ ਨੇ ਸਾਡੇ ਪੰਜ ਕਕਾਰਾਂ ਵਿੱਚ ਸਾਡਾ ਕੋਲ ਕੇਸ ਆਉਂਦੇ ਨੇ, ਕੰਘਾ ਆਉਂਦਾ, ਕੜਾ ਆਉਂਦਾ, ਪਰ ਜਦੋਂ ਵੀ ਗੱਲ ਕੀਤੀ ਜਾਂਦੀ ਸੀ ਕਹਿੰਦੇ ਸਿੱਖਾਂ ਦੇ ਕੇਸ ਉਤਾਰੋ, ਇਹਨਾਂ ਦੇ ਕੇਸ ਕੱਟ ਦਿਓ। ਜਦੋਂ ਕਿ ਜਿਹੜੇ ਪੰਜ ਕਕਾਰ ਨੇ, ਪੰਜ ਕਕਾਰਾਂ ਵਿੱਚ ਗੁਰੂ ਕਿਰਪਾਨ ਵੀ ਆਉਂਦੀ ਹੈ, ਕੜਾ ਵੀ ਆਉਂਦਾ ਹੈ, ਪਰ ਉਹਨਾਂ ਕਹਿਣਾ ਨਹੀਂ ਇਹਨਾਂ ਦੇ ਕੇਸ ਉਤਾਰੋ, ਕਿਉਂਕਿ ਜਿਹੜੇ ਕੇਸ ਸਨ ਨਾ ਸਿੱਖੀ ਸਿਦਕ ਦਾ ਪ੍ਰਤੀਕ ਕੇਸ ਬਣ ਗਏ ਸਨ ਵੀ ਸਿੱਖ ਕੁਛ ਵੀ ਕਰ ਸਕਦਾ ਪਰ ਆਪਣੇ ਗੁਰੂ ਦੇ ਕੇਸ ਨਹੀਂ ਉਤਾਰ ਸਕਦਾ। ਕੇਸ ਉਹਦੇ ਲਈ ਜਿਹੜੇ ਨੇ ਉਹ ਸਭ ਤੋਂ ਜ਼ਰੂਰੀ ਨੇ। ਇਸ ਕਰਕੇ ਜਦੋਂ ਸਾਡੀ ਰਹਿਤ ਮਰਿਆਦਾ ਵੀ ਆਈ, ਉੱਥੇ ਸ਼ਬਦ ਵਰਤੇ ਕੇਸ ਨਹੀਂ ਕਟਾਉਣੇ। ਇਸ ਕਰਕੇ ਤੋਂ ਸਤਿਗੁਰੂ ਪਾਤਸ਼ਾਹ ਨੇ ਕਿਹਾ ਦੋ ਚੀਜ਼ਾਂ ਨੇ ਗੁਰਮੁਖੋ, ਸਿੱਖੀ ਹੈ, ਕੇਸ ਨੇ ਤੇ ਸੁਵਾਸ ਨੇ। ਵੈਸੇ ਜਦੋਂ ਕੇਸਾਂ ਦੀ ਗੱਲ ਵਿਦਵਾਨ ਪੁਰਸ਼ ਕਰਦੇ ਨੇ ਉਹ ਇੱਦਾਂ ਵੀ ਕਰਦੇ ਨੇ, ਕਹਿਣ ਲੱਗੇ ਦੇਖੋ ਤਿੰਨ ਸ਼ਬਦ ਨੇ, ਇੱਕ ਸਿੱਖੀ ਹੈ, ਇੱਕ ਕੇਸ ਨੇ, ਇੱਕ ਸੁਵਾਸ ਨੇ, ਤਿੰਨਾਂ ਦਾ ਸੰਬੰਧ ਬੜਾ ਵਧੀਆ ਬਣਦਾ। ਪੁੱਛਿਆ ਕੀ? ਕਹਿਣ ਲੱਗੇ ਜਿਵੇਂ ਸਰੀਰ ਸੁਵਾਸਾਂ ਤੋਂ ਬਿਨਾਂ ਮੁਰਦਾ ਹੈ, ਇਸ ਤਰ੍ਹਾਂ ਸਿੱਖ ਕੇਸਾਂ ਤੋਂ ਬਿਨਾਂ ਮੁਰਦਾ ਹੈ। ਉਹਨਾਂ ਸ਼ਬਦ ਇੱਦਾਂ ਹੀ ਵਰਤੇ, ਸਿੱਖੀ ਕੇਸਾਂ ਸੁਵਾਸਾਂ ਸੰਗ। ਸਵਾਸ ਸਰੀਰ, ਸਵਾਸਾਂ ਤੋਂ ਬਿਨਾਂ ਕੋਈ ਕੀਮਤ ਨਹੀਂ ਸਰੀਰ ਦੀ, ਤੇ ਸਿੱਖ ਕੇਸਾਂ ਤੋਂ ਬਿਨਾਂ ਸਿੱਖ ਦੀ ਕੋਈ ਕੀਮਤ ਨਹੀਂ ਹੈ। ਇਹ ਬਾਹਰੀ ਤੌਰ ਤੇ ਪ੍ਰਤੀਕ ਨੇ ਸਿੱਖੀ ਸਿਦਕ ਦਾ। ਦੇਖੋ ਜਦੋਂ ਅਸੀਂ ਇਤਿਹਾਸ ਆਪਾਂ ਪੜ੍ਹਦੇ ਹਾਂ, ਜ਼ਿਕਰ ਆਉਂਦਾ ਇਤਿਹਾਸ ਵਿੱਚ, ਮੈਂ ਕੱਲ ਪੜ੍ਹ ਰਿਹਾ ਸਾਂ, ਲਗਭਗ ਇਹ ਘਟਨਾ ਇਹ ਕਹਿ ਲਓ ਵੀ 1735-36 ਦੀ ਹੈ। ਇੱਕ ਨੌਜਵਾਨ ਮਾਈ ਹੈ ਤੇ ਗੁਰਮੁਖੋ ਉਹ ਆਪਾਂ ਇਹ ਕਹਿ ਲਓ ਤਰਨ ਤਾਰਨ ਸਾਹਿਬ ਦੇ ਇਲਾਕੇ ਵਿੱਚੋਂ ਚੱਲੀ, ਤੇ 1.5 ਸਾਲ ਦਾ ਬੱਚਾ ਉਹਨੇ ਆਪਣੇ ਕੁੱਛੜ ਚੁੱਕਿਆ ਹੋਇਆ। ਕੁੱਛੜ ਚੁੱਕ ਕੇ ਉਹ ਰੋਡ ਰਸਤੇ ਦੇ ਉੱਪਰ ਜਾ ਰਹੀ ਹੈ ਤੇ ਜ਼ੁਬਾਨ ਵਿੱਚੋਂ ਉਹਦੇ ਵਾਹਿਗੁਰੂ ਵਾਹਿਗੁਰੂ ਨਿਕਲਦਾ। ਅੱਗੇ ਅੱਗੇ ਸਿੱਖੀ ਦੇ ਇੱਕ ਹਿਤਕਾਰ ਹੋਏ ਨੇ ਬਹੁਤ ਵੱਡੇ, ਕੌੜਾ ਮੱਲ ਜੀ। ਕੌੜਾ ਮੱਲ ਉਹ ਹਿੰਦੂ ਵੀਰ ਸੀ ਜਿਹਨੂੰ ਗੁਰਮੁਖੋ ਸਿੱਖ ਮਿੱਠਾ ਮੱਲ ਕਹਿੰਦੇ ਸੀ। ਇਹ ਮਿਲਵਰਤਨੀਆਂ ਕਹਿ ਲਓ, ਮਿਲਵਰਤਨੀਆਂ ਸੀ। ਇਸ ਲਾਹੌਰ ਦਰਬਾਰ ਵਿੱਚ ਕੰਮ ਕਰਦਾ, ਉਹਨਾਂ ਦੀ ਨੌਕਰੀ ਕਰਦਾ, ਪਰ ਸਿੱਖਾਂ ਦਾ ਇਹਨੇ ਫਾਇਦਾ ਬੜਾ ਕੀਤਾ, ਸਿੱਖਾਂ ਦੀ ਸੇਵਾ ਵੀ ਬੜੀ ਕੀਤੀ ਇਹਨੇ। ਅੱਗੇ ਦੀਵਾਨ ਕੌੜਾ ਮੱਲ ਮਿਲ ਗਏ। ਦੀਵਾਨ ਕੌੜਾ ਮੱਲ ਨੇ ਕਿਹਾ ਵੀ ਲੱਗਦਾ ਕੋਈ ਸਿੱਖ ਬੀਬੀ ਲੱਗਦੀ ਹੈ। ਜ਼ਬਾਨ ਨੇੜੇ ਆਈ ਤਾਂ ਵਾਹਿਗੁਰੂ ਵਾਹਿਗੁਰੂ ਉਚਾਰਨ ਕਰੇ। ਕਹਿਣ ਲੱਗੇ ਮਾਈ ਕਿੱਥੇ ਚੱਲੀ ਹੈ? ਕਹਿਣ ਲੱਗੀ ਜੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਦੀਦਾਰੀ ਕਰਨ ਚੱਲੀ ਹਾਂ। ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਦੀਦਾਰੀ ਕਰਨ ਚੱਲੀ ਹਾਂ। ਉਹਨੇ ਕਿਹਾ ਮਾਈ ਤੇਰੇ ਕੋਲੇ ਆ ਸਾਲ 1.5 ਸਾਲ ਦਾ ਤੂੰ ਬੱਚਾ ਚੁੱਕਿਆ ਹੋਇਆ ਹੈ, ਕਿ ਤੇਰੇ ਘਰ ਵਿੱਚ ਕੋਈ ਨਹੀਂ ਹੋਰ ਕਿਸੇ ਨੂੰ ਨਾਲ ਲੈ ਕੇ ਆਉਂਦੀ? ਉਹ ਕਹਿਣ ਲੱਗੇ ਜੀ ਪਤੀ ਵੀ ਸੀ, ਭਰਾ ਵੀ ਸਨ, ਪਰ ਸਰਕਾਰੀ ਹਕੂਮਤ ਨੇ ਸਾਰਿਆਂ ਨੂੰ ਸ਼ਹੀਦ ਕਰ ਦਿੱਤਾ ਹੈ। ਮੇਰਾ ਸਾਰਾ ਪਰਿਵਾਰ ਸ਼ਹੀਦ ਹੋ ਗਿਆ, ਮੈਂ ਤੇ ਮੇਰਾ ਪੁੱਤਰ ਆ ਬਚੇ ਹਾਂ, ਤੇ ਮੈਂ ਆਪਣੇ ਪੁੱਤਰ ਨੂੰ ਲੈ ਕੇ ਅੰਮ੍ਰਿਤਸਰ ਸਾਹਿਬ ਜਾ ਰਹੀ ਹਾਂ। ਉਹਨਾਂ ਕਿਹਾ, ਕੌੜਾ ਮੱਲ ਕਹਿਣ ਲੱਗਾ ਮਾਈ ਉੱਥੇ ਪਹਿਰੇ ਲੱਗੇ ਨੇ, ਉੱਥੇ ਤਾਂ ਸਿੱਖਾਂ ਨੂੰ ਜਾਣ ਨਹੀਂ ਦਿੱਤਾ ਜਾਂਦਾ। ਇਸ ਕਰਕੇ ਭਲਾ ਇਸੇ ਦੇ ਵਿੱਚ ਹੈ, ਤੇਰੀ ਜਾਨ ਨੂੰ, ਤੇਰੇ ਪੁੱਤਰ ਦੀ ਜਾਨ ਨੂੰ ਖਤਰਾ ਹੈ। ਉੱਥੇ ਜਾਏਂਗੀ ਕਤਲ ਕਰ ਦਿੱਤੀ ਜਾਏਗੀ, ਗੋਲੀਆਂ ਚੱਲਦੀਆਂ ਨੇ, ਉੱਥੇ ਪਹਿਰੇ ਲੱਗੇ ਹੋਏ ਨੇ, ਜਿਹੜਾ ਅੰਦਰ ਜਾਂਦਾ ਉਹਦੇ ਗੋਲੀ ਚਲਾ ਕੇ ਮਾਰ ਦਿੱਤਾ ਜਾਂਦਾ। ਉਹ ਮਾਈ ਆਪਣੇ ਪੁੱਤਰ ਨੂੰ ਛਾਤੀ ਨਾਲ ਲਾਇਆ, ਕਹਿਣ ਲੱਗੀ ਇਹੀ ਤਾਂ ਮੈਂ ਚਾਹੁੰਦੀ ਹਾਂ। ਦੇਖੋ ਇਹ ਸਿਦਕ ਦਾ ਭਰੋਸਾ। ਕਹਿਣ ਲੱਗੀ ਇਹੀ ਤਾਂ ਮੈਂ ਚਾਹੁੰਦੀ ਹਾਂ। ਪੁੱਛਿਆ ਮਾਈ ਕੀ ਚਾਹੁੰਦੀ ਹੈ?
कहन लगी परमात्मा ने पति नाल मिलाप कराया, भरा सन, पिता सी, माँ सी, कहन लगी सारे दे सारे शहीद हो गए, वो शहीद हो गए। आ मेरा पुत्र एक बचिया है, मैं चाहुंदी हाँ हो सकता कल नूं समा आवे, हकूमत दा जोर चले, मैनू ते मेरे पुत्र नूं भी शहीद कर दिता जाए। मैं चाहुंदी हाँ मेरा पुत्र जिंदगी दे अखीरले सवास मानण तो पहला इहनूं मैं अंमृतसर दर्शन दीदारे करवा लवां। मैं चाहुंदी हाँ मेरे पुत्र दे अंतिम सवास गुरु रामदास साहिब दे दर दे उत्ते निकलना। और गुरमुखो होया। इतिहासकार कहंदे कौड़ा मल ने उन्हें बड़ा रोकिया, पर उसने क्या कौड़ा मल जीवन का कोई पता नहीं सवास कदों खत्म हो जान। मैं चाहुंदी हाँ मेरा पुत्र एक बार गुरु रामदास साहिब दर दे उत्ते पहुंचे। वो गुरमुखो माई उत्थे गई, छुपदियां छपाउंदियां गई, अपने पुत्र नूं इशनान करवाउंदी आ 1.5 साल दे सरोवर दे विच। इशनान कराउंदियां पहरेदारां नूं पता लग्या, कहण लगे कोई सिख आया पकड़ो। भजदियां होइयां गोलियां चलाइयां, पहला एक गोली बच्चे की छाती च लगी, दूजी गोली माता की खोपड़ी विच लगी। दोने मां ते पुत हरमंदर साहिब दीयां परिक्रमां विच शहीद हो गए। हुण गुरमुखो ये सिदक सी ना सिख दा, ये सिदक कित्थों पैदा हुंदा है? ये गुरु की बाणी विचों पैदा हुंदा है। इस करके पहला सिक्खी, फिर केस ते तीजा है सवास। हुण गुरमुखो जितने आपां बैठे हाँ, सवास तो परमात्मा ने सारिਆਂ ਨੂੰ बख्शे ने, पर ਜਿਹੜੇ सिख दे सवास ने जिवें आपां कहा केस भी सारिਆਂ ਨੂੰ बख्शे, परमात्मा ने सवास भी सारिਆਂ ਨੂੰ बख्शे, पर ਜਿਹੜੇ सिख दे सवास ने उन्हां सवासां विच गुरु दी याद है, ते ਜਿਹੜੇ सिख दे केस ने उन्हां विच गुरु दा सिदक है। बेनती बड़े ध्यान नाल समझो, सवास सारिਆਂ ਨੂੰ दित्ते, केस भी सारिਆਂ ਨੂੰ दित्ते, पर जिहड़े सिख दे कोले सवास ने उन्हां सवासां विच गुरु दी याद है, जिहड़े सिख दे केस ने उन्हां विच गुरु दा सिदक ते भरोसा है। सिख दे कोले सवास भी आम लोकां वर्गे नहीं, इहदे केस भी आम लोकां वर्गे नहीं है। इस करके एक मैं उदाहरण दे जां फिर आपां समाप्ति वल आईए। सिख धर्म दे एक बहुत वड्डे विद्वान होए ने प्रोफैसर पूर्ण सिंह, शायद तुसीं नाम गुरमुखो सुनिया होएगा। प्रोफैसर पूर्ण सिंह जिन्हां दीयां बड़ियां कवितावां ने, ते जिहड़े हिक तन कहंदे ने, कहण लगे दुनिया दे लोगों पंजाब दी धरती दे उपर लखां रजवाड़े आए, लखां हमलावर आए, लखां ने इत्थे कब्जा कीता, लखां ने रल चलाया, पर ये पंजाब दी धरती है, ये ते बाबे नानक दे सिर ते वसदी है। ते अपने कहंदे ने, कहण लगे पंजाब वसदा गुरां दे नां ते। उन्हां शब्द वरतिया, कहण लगे ये धरती दे उत्ते बड़े आए ते बड़े गए, पर यह पंजाब की धरती गुरुआं दे नाम ते वसदी है। उन्हां शब्द वरते। गुरमुखो वो जापान गए जी, प्रोफैसर पूर्ण सिंह जापान गए। जापान गए, उत्थे प्रभाव सी बोधियां दा बहुता, ते बोधियां दे ग्रंथ पढ़ना शुरू कर दिते। हुण गुरमुखो जिहो जे ग्रंथ बंदा पढ़दा है, जो जी सिੱਖਿਆ पढ़दा है, ਜਿਹੜਾ आम बंदा हुंदा ना ਉਹਦੇ ਉੱਤੇ ਉਹਦਾ असर जरूर हुंदा है। ठीक है, कोई पत्थर दिल होवे गल वखरी है, पर जे कोई सचमुच हिरदे तो कोई चीज़ पढ़दा है ना, ਉਹਦਾ असर कबूल दा है। गुरमुखो बोधी बन गए। ਜਦੋਂ बोधी बने ना तो उन्होंने अपने केस कटा दिते। प्रोफैसर पूर्ण सिंह केस कटा दिते जी अपने। गुरमुखो वड्डे विद्वान सन, जिथे बोलते सी लखां लोग सुनते सी, पर ऐसा कोई रब्बी कुदरत का भाना वरतिया, मन भटकिया तो केस कटा दिते। केस कटाए तो वापस हिंदुस्तान इत्थे आए अपने देश में। जदों आए लोगों ने उन्होंने बड़ा कुछ कहा, पर गल ना किसी की मनी। कहन लगे नहीं मेरी मर्जी, मैं कुछ भी करा। ਅੰਮ੍ਰਿਤਸਰ साहब खालसा कॉलेज दे विच उन्होंने स्पीच लई बुलाया गया, तो मोने सन जी। उत्थे सर्व धर्म सम्मेलन होया, सारे धर्मां दे उत्थे विचारवान आए। तो जिहड़े प्रोफैसर पूर्ण सिंह सन, जन्म उन्हां दा भावें सिखां दे घरां दा होया, पर उत्थे बुद्ध धर्म दे वजों पेश होए भी आ मुसलमानां वल्लों आया, आ हिंदुआं वल्लों आया। उन्हां कहा ये पूर्ण सिंह ने, ये बोधियां दे वल्लों आए ने। ते सिखां दे वल्लों भाई वीर सिंह गए हुए सन, सिखां दे वल्लों भाई वीर सिंह गए हुए सन।
ਭਾਈ ਵੀਰ ਸਿੰਘ ਨੇ ਉੱਥੇ ਪ੍ਰੋਫੈਸਰ ਪੂਰਨ ਸਿੰਘ ਨੂੰ ਪਹਿਲੀ ਵਾਰ ਦੇਖਿਆ ਤੇ ਇਹ ਪਤਾ ਲੱਗਾ ਵੀ ਜਿਹੜਾ ਇਹ ਨੌਜਵਾਨ ਹੈ ਇੰਨਾ ਵਧੀਆ ਬੋਲਦਾ ਹੈ, ਇਹਨੇ ਕੇਸ ਕਟਾਏ ਨੇ, ਇਹਦਾ ਜਨਮ ਸਿੱਖਾਂ ਦੇ ਘਰ ਦਾ ਹੈ। ਗੁਰਮਖੋ ਲੈਕਚਰ ਖਤਮ ਹੋਇਆ, ਉਹ ਸਾਰਾ ਪ੍ਰੋਗਰਾਮ ਖਤਮ ਹੋਇਆ। ਜਦੋਂ ਪ੍ਰੋਫੈਸਰ ਪੂਰਨ ਸਿੰਘ ਖੁਦ ਲਿਖਦੇ ਨੇ ਇਹ ਗੱਲ, ਕਹਿਣ ਲੱਗੇ ਜਦੋਂ ਮੈਂ ਬਾਹਰ ਨਿਕਲਿਆ ਨਾ, ਦਰਵਾਜ਼ੇ ਵਿੱਚੋਂ ਬਾਹਰ ਨਿਕਲਿਆ ਤੇ ਅੱਗੇ ਭਾਈ ਵੀਰ ਸਿੰਘ ਮੈਨੂੰ ਮਿਲ ਗਏ। ਵੀਰ ਸਿੰਘ ਮਿਲੇ, ਉਹ ਕੋਲ ਆਏ, ਸਿਰ ਤੇ ਹੱਥ ਰੱਖਿਆ, ਹੱਥ ਰੱਖ ਕਹਿੰਦੇ ਨੇ, ਕਹਿਣ ਲੱਗੇ ਪੁੱਤਰ ਕੇਸ ਬੜੇ ਕੋਮਲ ਨੇ, ਤੇਰੇ ਕੇਸ ਬੜੇ ਮੁਲਾਇਮ ਨੇ, ਇਹਨਾਂ ਨੂੰ ਕਿਵੇਂ ਕੈਂਚੀ ਨਾਲ ਕਿਵੇਂ ਕੱਟਦਾ ਹੈ, ਇੰਨਾ ਸ਼ਬਦ ਵਰਤਿਆ ਬਸ। ਤੇਰੇ ਤਾਂ ਕੇਸ ਬੜੇ ਕੋਮਲ ਨੇ, ਇਹਨਾਂ ਨੂੰ ਕਿਵੇਂ ਕੈਂਚੀ ਨਾਲ ਕੱਟਦਾ ਹੈ। ਬਸ ਗੁਰਮਖੋ ਇੰਨੇ ਕਹਿਣ ਦੀ ਦੇਰ ਸੀ, ਪੂਰਨ ਸਿੰਘ ਕਹਿਣ ਲੱਗੇ ਮੈਨੂੰ ਇੰਨੀ ਸ਼ਰਮ ਆਈ ਕਿ ਇੰਨੇ ਕੋਮਲ ਕੇਸ ਇਹਨਾਂ ਨੂੰ ਕਿਵੇਂ ਕੱਟਦਾ ਹੈ ਤੂੰ ਕੈਂਚੀ ਦੇ ਨਾਲ। ਦੇਖੋ ਆਪਾਂ ਕਹਾਂਗੇ ਆਮ ਜਿਹਾ ਸ਼ਬਦ ਹੈ ਇਹ। ਗੁਰਮਖੋ ਤੁਸੀਂ ਬੋਲੋ, ਮੈਂ ਮੇਰੇ ਵਰਗਾ ਬੰਦਾ ਬੋਲੇ, ਹੋ ਸਕਦਾ ਆਮ ਜਿਹਾ ਹੋਵੇ, ਪਰ ਜਦੋਂ ਕੋਈ ਸਿੱਖੀ ਕਮਾਉਣ ਵਾਲਾ ਭਾਈ ਵੀਰ ਸਿੰਘ ਵਰਗਾ ਬੋਲਦਾ ਹੈ ਨਾ, ਸੱਚੀ ਗੱਲ ਹੈ ਉਹਦਾ ਪ੍ਰਭਾਵ ਇੱਕ ਵੱਖਰਾ ਹੁੰਦਾ ਹੈ। ਆਮ ਜਿਹਾ ਬੰਦਾ ਬੋਲੇ, ਸ਼ਬਦ ਆਮ ਨੇ, ਪਰ ਭਾਈ ਵੀਰ ਸਿੰਘ ਨੇ ਇਹ ਸ਼ਬਦ ਬੋਲੇ, ਕਹਿਣ ਲੱਗੇ ਇੰਨੇ ਕੋਮਲ ਕੇਸ ਤੇ ਕੈਂਚੀ ਨਾਲ ਕਿਵੇਂ ਕੱਟਦਾ। ਪ੍ਰੋਫੈਸਰ ਪੂਰਨ ਸਿੰਘ ਕਹਿਣ ਲੱਗੇ ਮੈਨੂੰ ਇੰਨੀ ਸ਼ਰਮ ਆਈ, ਮੈਂ ਉੱਥੇ ਹੀ ਹੱਥ ਜੋੜ ਕੇ ਆ, ਬਾਬਾ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅੱਗੇ ਅਰਦਾਸ ਕਰੋ ਮੈਨੂੰ ਕੇਸ ਬਖਸ਼ੇ ਤੇ ਨਾਲ ਸਿਦਕ ਬਖਸ਼ੇ। ਇਹ ਸਿਦਕ ਹੀ ਤਾਂ ਡੋਲਿਆ ਤੇ ਕੇਸ ਗਏ ਨੇ ਨਾ ਸਿਰ ਤੋਂ। ਜੇ ਸਿਦਕ ਹੁੰਦਾ ਤੇ ਕੇਸ ਨਹੀਂ ਸੀ ਜਾਣੇ। ਗੁਰੂ ਗੋਬਿੰਦ ਸਿੰਘ ਅੱਗੇ ਅਰਦਾਸ ਕਰੋ ਮੈਨੂੰ ਸਿਦਕ ਬਖਸ਼ਣ। ਔਰ ਭਾਈ ਵੀਰ ਸਿੰਘ ਨੇ ਗੁਰਮੁਖੋ ਅਰਦਾਸ ਕੀਤੀ ਤੇ ਪ੍ਰੋਫੈਸਰ ਪੂਰਨ ਸਿੰਘ ਨੇ ਦੁਬਾਰਾ ਕੇਸ ਰੱਖੇ, ਦੁਬਾਰਾ ਸਿੱਖੀ ਧਾਰਨ ਕੀਤੀ ਤੇ ਸਿੱਖ ਪੰਥ ਦੇ ਬਹੁਤ ਵੱਡੇ ਵਿਦਵਾਨ ਬਣੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਨੇ ਇੱਕ ਨੁਕਤਾ ਹੋਰ ਸਮਝੋ ਇਤਿਹਾਸ ਦਾ, ਕੇਸਾਂ ਸਵਾਸਾਂ ਸੰਗ ਨਿਭਾਈ। ਦੇਖੋ ਗੁਰਮੁਖੋ ਅੰਗਰੇਜ਼ਾਂ ਦਾ ਰਾਜ ਆਉਂਦਾ ਹੈ, ਸ਼ੇਰੇ ਪੰਜਾਬ ਰਣਜੀਤ ਸਿੰਘ ਦਾ ਰਾਜ ਖਤਮ ਹੋ ਜਾਂਦਾ ਹੈ। ਮੈਂ ਕਈ ਵਾਰ ਨਾ ਇਹ ਬੇਨਤੀ ਨੌਜਵਾਨਾਂ ਨੂੰ ਕਰਦਾ ਵੀ ਹੁੰਨਾ, ਸਿੱਖਾਂ ਨੂੰ ਸਾਰਿਆਂ ਨੂੰ, ਦੇਖੋ ਰਾਜ ਰਹਿਣਾ ਗੁਰਮੁਖੋ, ਰਾਜ ਨਾ ਰਹਿਣਾ ਇਹ ਕਹਿ ਲਓ ਵੀ ਵਕਤ ਦਾ ਵਰਤਾਰਾ ਹੁੰਦਾ ਹੈ। ਸਿੱਖਾਂ ਦਾ ਰਾਜ ਸੀ, ਝੰਡੇ ਝੂਲਦੇ ਸੀ, ਸਿੱਖਾਂ ਦਾ ਸਿੱਕਾ ਚੱਲਦਾ ਸੀ, ਸਿੱਖਾਂ ਨੇ ਆਪਣਾ ਸਟੇਟਹੁੱਡ ਮਾਣਿਆ, ਰਾਜ ਮਾਣਿਆ। ਅੱਜ ਨਹੀਂ ਰਿਹਾ। ਇਹ ਗੁਰਮੁਖੋ ਵਕਤ ਦੀਆਂ ਗੱਲਾਂ ਨੇ। ਵਕਤ ਚੰਗਾ ਆਉਂਦਾ ਕੌਮਾਂ ਤੇ ਵਕਤ ਮਾੜਾ ਆਉਂਦਾ, ਪਰ ਹਿਰਦੇ ਦੇ ਵਿੱਚੋਂ ਰਾਜ ਕਰਨ ਦਾ ਜਜ਼ਬਾ ਖਤਮ ਹੋ ਜਾਣਾ ਇਹ ਬਹੁਤ ਵੱਡੀ ਕਮਜ਼ੋਰੀ ਹੈ। ਹਿਰਦੇ ਦੇ ਵਿੱਚੋਂ ਰਾਜ ਕਰਨ ਦਾ ਜਜ਼ਬਾ ਖਤਮ ਹੋ ਜਾਣਾ। ਸਿੱਖਾਂ ਨੇ ਰਾਜ ਗਵਾਇਆ ਪਰ ਗੁਰਮੁਖੋ ਅੰਦਰ ਦਾ ਜਜ਼ਬਾ ਨਹੀਂ। ਕਿਉਂ? ਸਿੱਖ ਸਦਾ ਇਹ ਕਹਿੰਦੇ ਰਹੇ ਸਾਨੂੰ ਤਾਂ ਗੁਰੂ ਪਾਤਸ਼ਾਹ ਨੇ ਬਣਾਇਆ ਹੀ ਪਾਤਸ਼ਾਹ ਹੈ, ਸਾਨੂੰ ਤੇ ਬਣਾਇਆ ਹੀ ਪਾਤਸ਼ਾਹ ਹੈ। ਇਨ ਸਿੰਘਣ ਕੋ ਦੋ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ। ਤੋ ਸਿੱਖਾਂ ਦਾ ਰਾਜ ਜਾਂਦਾ ਰਿਹਾ ਗੁਰਮੁਖੋ। ਕੇਵਲ ਇਹ ਕਹਿ ਲਓ ਵੀ 5 ਸਾਲ ਦੀ ਉਮਰ ਸੀ ਮਹਾਰਾਜਾ ਦਲੀਪ ਸਿੰਘ ਦੀ। ਅੰਗਰੇਜ਼ ਉਹਨੂੰ ਗੁਰਮੁਖੋ ਇੰਗਲੈਂਡ ਲੈ ਗਏ। ਮਹਾਰਾਣੀ ਜਿੰਦਾਂ ਨੂੰ ਇੱਥੇ ਰੱਖਿਆ ਗਿਆ। ਅੰਗਰੇਜ਼ ਇਹ ਮੰਨਦੇ ਸਨ ਕਿ ਜੇਕਰ ਸਿੱਖਾਂ ਦੇ ਹਿਰਦਿਆਂ ਦੇ ਵਿੱਚੋਂ ਰਾਜ ਦੀ ਇੱਛਾ ਨੂੰ, ਰਾਜ ਕਰਨ ਦੇ ਜਜ਼ਬੇ ਨੂੰ ਖਤਮ ਕਰਨਾ ਹੈ ਤੇ ਇਹਦੇ ਲਈ ਜ਼ਰੂਰੀ ਹੈ ਕਿ ਦਲੀਪ ਸਿੰਘ ਨੂੰ ਸਿੱਖਾਂ ਤੋਂ ਦੂਰ ਰੱਖਿਆ ਜਾਏ। ਕਿਉਂ? ਦਲੀਪ ਸਿੰਘ ਨੂੰ ਇਹ ਯਾਦ ਕਰਨਗੇ, ਇਹਨਾਂ ਨੂੰ ਸ਼ੇਰੇ ਪੰਜਾਬ ਯਾਦ ਆਏਗਾ। ਜੇ ਸ਼ੇਰੇ ਪੰਜਾਬ ਯਾਦ ਆਏਗਾ ਇਹਨਾਂ ਨੂੰ ਆਪਣਾ ਰਾਜ ਯਾਦ ਆਏਗਾ, ਸਾਡਾ ਰਾਜ ਹੁੰਦਾ ਸੀ। ਇੱਦਾਂ ਉਹ ਦਲੀਪ ਸਿੰਘ ਨੂੰ ਗੁਰਮੁਖੋ ਜਿਹੜਾ ਸੀ ਉਹ ਦਿੱਲੀ ਵਾਹਿਗੁਰੂ ਇੰਗਲੈਂਡ ਲੈ ਗਏ। ਇੰਗਲੈਂਡ ਲਿਜਾਣ ਤੋਂ ਪਹਿਲਾਂ ਉਹਨਾਂ ਨੇ ਮਹਾਰਾਣੀ ਜਿੰਦ ਕੌਰ ਨੂੰ ਪਹਿਲਾਂ ਇਹ ਕਹਿ ਲਓ ਕੈਦ ਕੀਤਾ, ਕੈਦ ਕਰਕੇ ਫਿਰ ਯੂਪੀ ਭੇਜ ਦਿੱਤਾ। ਉੱਥੋਂ ਉਹ ਭੱਜੀ ਜਾ ਕੇ ਉਹ ਫਿਰ ਅੱਗੇ ਅੱਗੇ ਚੱਲਦੀ ਗਈ। ਹੁਣ ਅੰਗਰੇਜ਼ ਨੇ ਕੀ ਕੀਤਾ? ਉਹਨਾਂ ਨੇ ਪਹਿਲਾਂ ਪੁੱਤਰ ਦੇ ਕੋਲੋਂ ਮਾਂ ਨੂੰ ਦੂਰ ਕੀਤਾ। ਮਾਂ ਨੂੰ ਦੂਰ ਕੀਤਾ ਨਾ, ਕਾਰਨ ਸੀ ਉਹਦਾ, ਕਿਉਂਕਿ ਜੜ ਤੱਕ ਦਲੀਪ ਬਾਣੀ ਪੜ੍ਹਨ ਵਾਲੀ, ਸਿੱਖੀ ਦੀਆਂ ਗੱਲਾਂ ਕਰਨ ਵਾਲੀ ਮਾਂ ਦੀ ਗੋਦ ਖੇਡੇਗਾ ਨਾ,
ਇਹਦੇ ਉੱਪਰ ਤੋਂ ਭਾਵੇਂ ਯਤਨ ਕਰ ਲਗੇ, ਇਹਦੇ ਮਨ ਵਿੱਚੋਂ ਸਿੱਖੀ ਨਹੀਂ ਜਾਣੀ। ਜੇ ਇਹਦੇ ਮਨ ਵਿੱਚੋਂ ਸਿੱਖੀ ਸਿਦਕ ਨੂੰ ਦੂਰ ਕਰਨਾ ਹੈ ਤੇ ਇਹਨੂੰ ਮਾਂ ਜਿੰਦਾ ਦੇ ਕੋਲੋਂ ਦੂਰ ਕਰਨਾ ਪਏਗਾ। ਜੇ ਇਹਦੇ ਮਨ ਵਿੱਚੋਂ ਸਿਦਕ ਖਤਮ ਕਰਨਾ ਨਾ, ਭਰੋਸਾ ਖਤਮ ਕਰਨਾ ਹੈ, ਤੇ ਇਹਨੂੰ ਮਾਂ ਜਿੰਦਾ ਕੋਲੋਂ ਦੂਰ ਕਰੋ। ਇਸ ਕਰਕੇ ਮਾਂ ਨੂੰ ਇੱਧਰ ਰੱਖਿਆ ਗਿਆ ਤੇ ਪੁੱਤਰ ਨੂੰ ਗੁਰਮੁਖ ਇੰਗਲੈਂਡ ਲੈ ਗਏ। ਉੱਥੇ ਉਹਨੂੰ ਪੜ੍ਹਾਇਆ ਵੀ ਈਸਾਈ ਟੀਚਰਾਂ ਵੱਲੋਂ ਜਾਂਦਾ ਸੀ, ਉਹਦੀ ਸੇਵਾ ਕਰਨ ਵਾਲੇ ਵੀ ਈਸਾਈ ਸਨ। ਉਹ ਬੱਚਿਆਂ ਨਾਲ ਖੇਡਦਾ ਸੀ, ਉਹ ਖੇਡਦਾ ਵੀ ਈਸਾਈਆਂ ਦੇ ਬੱਚਿਆਂ ਨਾਲ ਸਨ। ਗੁਰਮੁਖੋ ਜਵਾਨ ਹੁੰਦਾ ਗਿਆ, ਉਹ ਆਪਣੇ ਆਪ ਨੂੰ ਈਸਾਈ ਮਹਿਸੂਸ ਕਰਦਾ। ਇੱਕ ਦਿਨ ਉਹਦੇ ਕੇਸ ਕੱਟ ਦਿੱਤੇ ਗਏ, ਕੇਸ ਕੱਟ ਦਿੱਤੇ ਗਏ। ਉਹਨੇ ਮਹਿਸੂਸ ਨਹੀਂ ਕੀਤਾ ਕੁਛ ਵੀ, ਕਿਉਂਕਿ ਨਾਲ ਦੇ ਬੱਚੇ ਉੱਦਾਂ ਦੇ ਸਨ। ਕੇਸ ਕੱਟ ਦਿੱਤੇ ਗਏ। ਸਮਾਂ ਆਪਣੀ ਚਾਲ ਚੱਲਦਾ। ਇੰਗਲੈਂਡ ਦੀ ਮਹਾਰਾਣੀ ਉਹਨੂੰ ਬਲੈਕ ਪ੍ਰਿੰਸ ਕਹਿ ਕੇ ਸੰਬੋਧਨ ਕਰਦੀ ਸੀ, ਬੜਾ ਉੱਪਰੋਂ ਉੱਪਰੋਂ ਬੜਾ ਪਿਆਰ ਵੀ ਕਰਦੀ ਸੀ। ਇਹਦਾ ਸਮਾਂ ਚੱਲਦਾ। ਅਖੀਰ ਨੂੰ ਉਹ 18-19 ਵਰ੍ਹਿਆਂ ਦਾ ਹੋ ਗਿਆ ਜੀ। ਮਾਂ ਦੇ ਕੋਲੋਂ ਵਿਛੜਿਆ ਉਹਨੂੰ 13-14 ਵਰ੍ਹੇ ਹੋ ਗਏ। ਮਹਾਰਾਣੀ ਜਿੰਦਾ ਅੰਨੀ ਹੋ ਗਈ। ਇੱਕ ਦਿਨ ਅੰਗਰੇਜ਼ ਕਹਿੰਦਾ, ਦਲੀਪ ਸਿਆਂ ਤੂੰ ਆਪਣੀ ਮਾਂ ਨੂੰ ਮਿਲਣਾ ਹੈ? ਪੁੱਛ ਕਿਉਂ? ਕਿਉਂਕਿ ਉਹ ਸ਼ਰਾਬ ਵੀ ਪੀਂਦਾ ਹੈ, ਅਯਾਸ਼ੀ ਵੀ ਕਰਦਾ ਹੈ, ਕੇਸ ਵੀ ਉਹਦੇ ਕੱਟ ਦਿੱਤੇ ਗਏ ਨੇ, ਤੇ ਉਹਦੀ ਮਾਂ ਵੀ ਅੰਨੀ ਹੋ ਗਈ ਹੈ। ਹੁਣ ਤੇ ਖਤਰਾ ਹੀ ਕੋਈ ਨਹੀਂ ਸੀ। ਉਹ ਕਹਿਣ ਲੱਗਾ ਜੀ ਮਿਲਾ ਦਿਓ। ਗੁਰਮੁਖੋ ਦਲੀਪ ਸਿੰਘ ਇੰਗਲੈਂਡ ਤੋਂ ਆਉਂਦਾ ਕਲਕੱਤੇ। ਉਹਨੂੰ ਕਹਿ ਕਲਕੱਤੇ ਤੋਂ ਅੱਗੇ ਨਹੀਂ ਤੂੰ ਜਾ ਸਕੇਗਾ। ਕਲਕੱਤੇ ਤੋਂ ਅੱਗੇ ਜੇ ਪੰਜਾਬ ਪਹੁੰਚ ਗਿਆ, ਤੇਰੇ ਅੰਦਰ ਤੇ ਭਾਵੇਂ ਸਿੱਖੀ ਦਾ ਕੁਛ ਨਹੀਂ ਬਚਿਆ, ਪਰ ਤੈਨੂੰ ਵੇਖ ਕੇ ਪੰਜਾਬ ਦੇ ਸਿੱਖਾਂ ਨੂੰ, ਦਲੀਪ ਸਿੰਘ ਨੂੰ ਵੇਖ ਕੇ ਉਹਦਾ ਪਿਓ ਰਣਜੀਤ ਸਿੰਘ ਚੇਤੇ ਆ ਜਾਣਾ, ਤੇ ਰਣਜੀਤ ਸਿੰਘ ਚੇਤੇ ਕਰਦਿਆਂ ਸਿੱਖਾਂ ਦੇ ਮਨ ਅੰਦਰ ਰਾਜ ਕਰਨ ਦੀ ਭਾਵਨਾ ਪੈਦਾ ਹੋਏਗੀ। ਤੈਨੂੰ ਪੰਜਾਬ ਨਹੀਂ ਜਾਣ ਦੇਣਾ। ਉਹ ਕਹਿੰਦਾ ਜੀ ਠੀਕ ਹੈ, ਨਾ ਜਾਣ ਦਿਓ। ਕਲਕੱਤੇ ਦੀ ਧਰਤੀ ਦੇ ਉੱਪਰ 13-14 ਵਰ੍ਹਿਆਂ ਬਾਅਦ ਮਾਂ ਤੇ ਪੁੱਤ ਦਾ ਮਿਲਾਪ ਹੁੰਦਾ ਹੈ। ਆਪਾਂ ਕਰੀਏ ਸਮਾਪਤੀ, ਸਮਾਂ ਹੋ ਗਿਆ। ਮਿਲਾਪ ਹੁੰਦਾ ਗੁਰਮੁਖੋ। ਮਾਂ ਅੰਨੀ ਸੀ, ਉਹਨੂੰ ਕਹਿ ਗਿਆ ਤੇਰਾ ਪੁੱਤ ਇੰਨੇ, ਹੁਣ ਤੇਰਾ ਪੁੱਤ ਜਵਾਨ ਹੋ ਗਿਆ। ਹੁਣ ਅੰਦਰ ਤਾਂ ਹਿਰਦੇ 'ਚ ਸੋਚਦੀ ਹੈ ਨਾ ਵੀ ਇੱਦਾਂ ਦਾ ਹੋਏਗਾ, ਇੱਦਾਂ ਦਾ ਹੋਵੇਗਾ, ਆਪਦੇ ਪਿਓ ਵਰਗਾ ਹੋਏਗਾ, ਇੱਦਾਂ ਦਾ ਸੋਚਦੀ ਸੀ ਉਹ। ਇੱਕਦਮ ਸਾਹਮਣੇ ਦਲੀਪ ਸਿੰਘ ਖੜਾ, ਮਾਂ ਨੂੰ ਕਿਹਾ ਗਿਆ ਮਾਂ ਤੇਰੇ ਸਾਹਮਣੇ ਤੇਰਾ ਪੁੱਤ ਖੜਾ। ਉਹ ਦੇਖੀ ਗਈ, ਅੱਗੇ ਜਾਂਦੀ ਹੈ, ਆਪਣੇ ਪੁੱਤਰ ਨੂੰ ਗਲਵੱਕੜੀ ਘੁੱਟ ਕੇ ਪਾਉਂਦੀ ਹੈ। ਪੁੱਤ ਵੀ ਰੋਂਦਾ, ਮਾਂ ਵੀ ਰੋਂਦੀ ਹੈ। ਮਾਂ ਅੰਨਾ ਬੰਦਾ ਹੁੰਦਾ ਨਾ ਜਿਹੜਾ, ਉਹ ਇੱਦਾਂ ਨਾ ਹੱਥਾਂ ਨਾਲ ਇੱਦਾਂ ਟੱਚ ਕਰਕੇ ਉਹ ਮਹਿਸੂਸ ਕਰਦਾ ਹੈ। ਉਹ ਆਪਣੇ ਪੁੱਤ ਦੇ ਇੱਕ ਇੱਕ ਅੰਗ ਨੂੰ ਟੋਹਦੀ ਹੈ ਜੀ ਮਾਂ। ਉਹਨੇ ਸਾਰੀ ਛਾਤੀ ਨੂੰ ਟੋਹਿਆ, ਆਪਦੇ ਪੁੱਤ ਦੇ ਮੋਢਿਆਂ ਨੂੰ ਟੋਹਿਆ, ਸਿਰ ਦੇ ਉੱਤੇ, ਮੁੱਖ ਦੇ ਉੱਤੇ ਹੱਥ ਮਾਰਦੀ ਮਾਰਦੀ ਜਦੋਂ ਗੁਰਮੁਖੋ ਸਿਰ ਦੇ ਉੱਪਰ ਗਈ ਨਾ, ਤੇ ਉਹਦੇ ਸਿਰ ਤੇ ਕੇਸ ਨਹੀਂ, ਉਹ ਮੋਨਾ ਸੀ। ਇੱਕਦਮ ਸਿਰ ਉੱਪਰ ਇੱਦਾਂ ਹੱਥ ਮਾਰਿਆ, ਉਹਨੂੰ ਕੇਸ ਨਾ ਦਿਖਾਈ ਦਿੱਤੇ, ਉਹਨੂੰ ਦਸਤਾਰ ਨਾ ਮਹਿਸੂਸ ਹੋਈ। ਇੱਕਦਮ ਧੱਕਾ ਮਾਰ ਕੇ ਪੁੱਤ ਨੂੰ ਪਿੱਛੇ ਕਰ ਦਈਏ, ਆਪ ਪਿੱਛੇ ਹੋਈ। ਕਹਿਣ ਲੱਗੀ ਵੇ ਅੰਗਰੇਜ਼ੋ, ਇੱਕ ਅੰਨੀ ਤੇ ਲਾਚਾਰ ਨਾਲ ਮਜ਼ਾਕ ਕਰਦੇ ਹੋ? ਮੈਂ ਅੰਨੀ ਹਾਂ, ਮੈਂ ਲਾਚਾਰ ਹਾਂ, ਮਜ਼ਾਕ ਕਰਦੇ ਹੋ? ਕੋਈ ਬਗਾਨਾ ਖੜਾ ਕਰ ਦਿੱਤਾ ਮੇਰੇ ਮੂਹਰੇ ਤੇ ਮੇਰਾ ਪੁੱਤ ਕਹਿੰਦੇ ਹੋ ਇਹਨੂੰ? ਕੋਈ ਬਗਾਨਾ ਖੜਾ ਕਰਤਾ, ਮੈਨੂੰ ਮੇਰਾ ਪੁੱਤ ਕਹਿੰਦੇ ਹੋ? ਦਲੀਪ ਸਿੰਘ ਕਹਿੰਦਾ ਨਹੀਂ ਮਾਂ, ਮੈਂ ਦਲੀਪ ਸਿੰਘ ਹਾਂ। ਪੁੱਤ ਨੇ ਕਿਹਾ ਮਾਂ ਮੈਂ ਤੇਰਾ ਦਲੀਪ ਸਿੰਘ। ਤੇ ਮਾਂ ਹੀ ਜਿੰਦਾ ਕਹਿੰਦੀ ਹੈ ਨਹੀਂ, ਮੇਰੇ ਦਲੀਪ ਨੂੰ ਤਾਂ ਮੈਂ ਗੋਦ ਵਿੱਚ ਬਿਠਾ ਕੇ ਉਹਦੀਆਂ ਮਿੱਡੀਆਂ ਕਰਦੀ ਰਹੀ ਹਾਂ। ਮੇਰੇ ਦਲੀਪ ਨੂੰ ਤਾਂ ਮੈਂ ਗੋਦ ਵਿੱਚ ਬਿਠਾ ਕੇ 5 ਸਾਲ ਦੀ ਉਮਰ ਦੇ ਵਿੱਚ ਉਹਦੇ ਸਿਰ ਦੇ ਉੱਤੇ ਜੂੜਾ ਕਰਦੀ ਰਹੀ ਹਾਂ। ਮੈਂ ਆਪਣੇ ਹੱਥਾਂ ਨਾਲ ਉਹਦੇ ਸਿਰ ਤੇ ਦਸਤਾਰ ਸਜਾਉਂਦੀ ਰਹੀ ਹਾਂ। ਮੇਰਾ ਦਲੀਪ ਤੇ ਕੇਸਾਂ ਵਾਲਾ ਹੈ, ਮੇਰਾ ਦਲੀਪ ਤੇ ਦਸਤਾਰ ਵਾਲਾ ਹੈ। ਮੇਰੇ ਦਲੀਪ ਦੇ ਤਾਂ ਸਿਰ ਦੇ ਉੱਪਰ ਗੁਰੂ ਗੋਬਿੰਦ ਸਿੰਘ ਦੇ ਕੇਸਾਂ ਦੇ ਪਿਆਰ ਦੀ ਨਿਸ਼ਾਨੀ ਹੈ। ਤੂੰ ਕੋਈ ਹੋਵੇਂਗਾ ਪਰ ਮੇਰਾ ਦਲੀਪ ਨਹੀਂ ਹੋ ਸਕਦਾ। ਗੁਰਮੁਖੋ ਨਾਲ ਨਾਲ ਉਹ ਰੋਂਦੀ ਹੈ, ਨਾਲ ਨਾਲ ਉਹ ਬਚਨ ਕਰਦੀ ਹੈ, ਤੂੰ ਮੇਰਾ ਦਲੀਪ ਨਹੀਂ, ਮੇਰੇ ਦਲੀਪ ਦੇ ਸਿਰ ਦੇ ਉੱਤੇ ਦਸਤਾਰ ਹੈ, ਕੇਸ ਨਹੀਂ, ਉਹਦੇ ਉੱਤੇ ਗੁਰੂ ਗੋਬਿੰਦ ਸਿੰਘ ਦਾ ਪਿਆਰ ਹੈ। ਬਸ ਗੁਰਮੁਖੋ ਇੰਨਾ ਹੀ ਬਚਨ ਕਿਹਾ। ਜਿਹੜੀ 12-13 ਸਾਲ ਦੀ ਸਿੱਖਿਆ ਸੀ ਨਾ ਅੰਗਰੇਜ਼ਾਂ ਦੀ, ਕਿੰਨਾ ਜ਼ੋਰ ਲਾਇਆ ਅੰਗਰੇਜ਼ਾਂ ਨੇ, ਟੀਚਰ ਲਾਏ, ਉਹਨੂੰ ਪੜ੍ਹਾਇਆ, ਉਹਨੂੰ ਲਿਖਾਇਆ, ਉਹਨੂੰ ਸ਼ਰਾਬਾਂ ਪਿਆਈਆਂ, ਅਯਾਸ਼ੀ ਕਰਾਈ ਵੀ ਇਹ ਸਭ ਕੁਛ ਭੁੱਲ ਜਾਏ। 13-14 ਸਾਲਾਂ ਦੀ ਅੰਗਰੇਜ਼ਾਂ ਦੀ ਮਿਹਨਤ ਦੇ ਉੱਪਰ ਮਾਂ ਦੀ ਮਮਤਾ ਨੇ 5 ਮਿੰਟਾਂ ਵਿੱਚ ਪਾਣੀ ਫੇਰ ਦਿੱਤਾ ਜੀ।
रो के कहता मां सच्ची गल ये वै कि ठीक है मैं तेरा पुत्र नहीं रह गया, पर एक दिन समा आवेगा मैं तेरा सचमुच दलीप बन के तेरे सामने खड़ांगा, मैं तेरा दलीप बन के तेरे सामने खड़ांगा। गुरमुखो वो वापस जाता है, रस्ते च खंडे बाटे की अंमृत लैंदा, छक लैंदा, वो सिੱਖੀ ਨੂੰ धारण करता है। ठीक है मां ਨੂੰ वो देखण का मौका नहीं सी नसीब होया, पर दलीप सिंह ने दोबारा सिੱਖੀ धारण की और सिर के उत्ते केस भी रखे, सिदक भी उन्हें रखिया। इस करके गुरु पातशाह बख्शिश करते आपां सिੱਖੀ केसां सुवासां संग निभाई। गुरमुखो तीन दातां ने, एक सिੱਖੀ है, एक सुवास है ते तीजा केस ने। इन्हां तिन्नां दी कमाई का ध्यान धर के सिख दी सिੱਖੀ दी कमाई, उहदे केसां दी कमाई, उहदे सुवासां दी कमाई, तिन्नां दा ध्यान धर के आपां बोलदे हां। बोलो जी वाहिगुरू। भुल्लां चुक्कां दी खिमा, फतेह बुलाओ आखो जी वाहिगुरू जी का खालसा वाहिगुरू जी की फतेह। सतनाम श्री वाहिगुरू।